ਅੱਜ ਆਪਾਂ ਗੱਲ ਕਰ ਰਹੇ ਹਾਂ ਰਾਜੇ ਬਕਸਰ ਦੀ ਲੜਾਈ ਦੀ ਕਿ ਬਕਸਰ ਦੀ ਲੜਾਈ ਕਿਵੇਂ ਹੋਈ ਸੀ ਕਿ ਇਹਦੀ ਜਿਹੜੀ ਘਟਨਾਵਾਂ ਸੀ ਅੰਗਰੇਜ਼ਾਂ ਤੋਂ ਹਾਰ ਖਾਣ ਤੋਂ ਬਾਅਦ ਜਿਹੜਾ ਮੀਰ ਕਾਸਮ ਸੀਗਾ ਉਹ ਅਵਧ ਵਿੱਚ ਚਲਾ ਗਿਆ ਸੀ। ਅਵਧ ਵਿਖੇ ਜਾ ਕੇ ਉਸਨੇ ਉੱਥੋਂ ਦੇ ਨਵਾਬ ਸਿਰਾਜ ਸੁਜਾ ਉਦ ਦੌਲਾ ਕੋਲ ਉਹ ਰੁਕਿਆ। ਉੱਥੇ ਹੀ ਜਿਹੜਾ ਸੀਗਾ ਇੱਕ ਮੁਗਲ ਰਾਜਾ ਗਿਆ ਹੋਇਆ ਸੀ ਜਿਹਦਾ ਨਾਂ ਸੀਗਾ ਸ਼ਾਹ ਆਲਮ। ਇਸ ਨੇ ਜਿਹੜਾ ਸੀਗਾ ਮੀਰ ਕਾਸਮ ਨੇ ਸ਼ਾਹ ਆਲਮ ਅਤੇ ਸੁਜਾ ਉਦ ਦੌਲਾ ਦੇ ਕੋਲੋਂ ਉਸਨੇ ਅੰਗਰੇਜ਼ਾਂ ਦੇ ਖਿਲਾਫ ਸੀ ਜਿਹੜੀ ਸਹਾਇਤਾ ਮੰਗੀ ਕਿ ਅੰਗਰੇਜ਼ਾਂ ਨੇ ਮੈਨੂੰ ਹਰਾਤਾ, ਮੈਂ ਉਹਨਾਂ ਤੋਂ ਬਦਲਾ ਲੈਣਾ ਹੈ, ਤੁਸੀਂ ਮੇਰੀ ਹੈਲਪ ਕਰੋ। ਸੁਜਾਦ ਉਦ ਦੌਲਾ ਅਤੇ ਸ਼ਾਹ ਆਲਮ ਦੋਨਾਂ ਨੇ ਅੰਗਰੇਜ਼ਾਂ ਵਿਰੁੱਧ ਮੀਰ ਕਾਸਮ ਦਾ ਸਾਥ ਦੇਣ ਦੀ ਜਿਹੜਾ ਸਵੀਕਾਰ ਕਰ ਲਿਆ। ਇਹਨਾਂ ਤਿੰਨਾਂ ਨੇ ਸੀ ਜਿਹੜੀਆਂ ਆਪਣੀਆਂ ਸੈਨਾਵਾਂ ਇਕੱਠੀਆਂ ਕੀਤੀਆਂ ਅਤੇ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਦੀ ਇੱਕ ਯੋਜਨਾ ਬਣਾਈ। ਸਭ ਤੋਂ ਪਹਿਲਾਂ ਇਹਨਾਂ ਨੇ ਪਟਨੇ ਵੱਲ ਚਾਲੇ ਪਾਏ, ਪਰ ਪਟਨੇ ਵਿੱਚ ਇਹ ਪਟਨਾ ਨਗਰ ਨੂੰ ਜਿੱਤਣ ਦੇ ਵਿੱਚ ਸਫਲ ਨਾ ਹੋਏ। ਉਸ ਤੋਂ ਬਾਅਦ ਉਹ ਥੋੜ੍ਹੀਆਂ ਮੁੱਠਭੇੜ ਚੱਲਦੇ ਰਹੇ ਅਤੇ ਉਸ ਤੋਂ ਬਾਅਦ ਇਹਨਾਂ ਦੀ ਸੀ ਜਿਹੜੀ 1764 ਈਸਵੀ ਦੇ ਵਿੱਚ ਬਕਸਰ ਨਾਂ ਦੇ ਸਥਾਨ ਦੇ ਉੱਤੇ ਅਕਤੂਬਰ 1764 ਦੇ ਵਿੱਚ ਲੜਾਈ ਹੋਈ। ਇੱਕ ਪਾਸੇ ਅੰਗਰੇਜ਼ ਸੀਗੇ, ਇੱਕ ਪਾਸੇ ਮੀਰ ਕਾਸਮ, ਸੁਜਾ ਉਦ ਦੌਲਾ ਅਤੇ ਸ਼ਾਹ ਆਲਮ ਦੀਆਂ ਫੌਜਾਂ ਸੀਗੀਆਂ। ਇਸ ਲੜਾਈ ਦੇ ਵਿੱਚ ਸੀ ਜਿਹੜੇ ਅੰਗਰੇਜ਼ ਜੇਤੂ ਰਹੇ। ਇਹ ਸੀ ਜਿਹੜੀ ਅੰਗਰੇਜ਼ਾਂ ਦੀ ਦੇਸ਼ ਵਿੱਚ ਸਭ ਤੋਂ ਵੱਡੀ ਲੜਾਈ ਸੀਗੀ, ਜਿਸ ਦੇ ਵਿੱਚ ਉਹਨਾਂ ਦੇ 847 ਸੈਨਿਕ ਮਾਰੇ ਗਏ ਸੀ। ਇਸ ਲੜਾਈ ਵਿੱਚ ਨਵਾਬ ਦੇ 2001 ਸੈਨਿਕ ਮਾਰੇ ਗਏ ਸੀ, ਜਦੋਂ ਕਿ ਅੰਗਰੇਜ਼ਾਂ ਦੇ 847 ਹੀ ਮਾਰੇ ਗਏ ਸੀ। ਇਸ ਹਾਰ ਤੋਂ ਬਾਅਦ ਸੀ ਜਿਹੜਾ ਮੀਰ ਕਾਸਮ ਦੌੜ ਗਿਆ ਅਤੇ ਕਈ ਸਾਲਾਂ ਤੱਕ ਥਾਂ ਠੋਕਰਾਂ ਖਾਂਦਾ ਰਿਹਾ। 1777 ਈਸਵੀ ਵਿੱਚ ਉਸ ਦੀ ਬਹੁਤ ਬੁਰੀ ਅਵਸਥਾ ਵਿੱਚ ਦਿੱਲੀ ਵਿਖੇ ਮੌਤ ਹੋ ਗਈ। ਸੁਜਾ ਉਦ ਦੌਲਾ ਅਤੇ ਸ਼ਾਹ ਆਲਮ ਨੇ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਅੰਗਰੇਜ਼ਾਂ ਸਾਹਮਣੇ ਗੋਡੇ ਟੇਕ ਦਿੱਤੇ। ਸੋ ਬਕਸਰ ਦੀ ਲੜਾਈ ਦਾ ਰਿਜ਼ਲਟ ਇਹ ਨਿਕਲਿਆ ਸੀ ਕਿ ਇਸ ਦੇ ਵਿੱਚ ਅੰਗਰੇਜ਼ ਜੇਤੂ ਰਹੇ ਸੀ ਅਤੇ ਅੰਗਰੇਜ਼ਾਂ ਦੀ ਜਿਹੜੀ ਰਾਜਨੀਤਿਕ ਸ਼ਕਤੀ ਸੀ ਉਸ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਇਆ ਸੀ। ਉਹਨਾਂ ਦੇ ਪੈਰ ਸੀ ਜਿਹੜੇ ਇੰਡੀਆ ਦੇ ਵਿੱਚ ਹੋਰ ਜ਼ਿਆਦਾ ਜੰਮ ਗਏ ਸੀਗੇ। ਨੈਕਸਟ ਹੈਗਾ ਬਕਸਰ ਦੀ ਲੜਾਈ ਦੀ ਮਹੱਤਤਾ ਕੀ ਹੈਗੀ। ਬਕਸਰ ਦੀ ਲੜਾਈ ਦੀ ਮਹੱਤਤਾ ਦੇ ਵਿੱਚ ਆਪਣਾ ਫਸਟ ਪੁਆਇੰਟ ਆਉਂਦਾ ਹੈ ਬੰਗਾਲ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦੀ ਪੱਕੇ ਪੈਰੀਂ ਸਥਾਪਨਾ। ਜਿਵੇਂ ਕਿ ਆਪਾਂ ਪਹਿਲੀ ਗੱਲ ਕਰਕੇ ਗਏ ਹਾਂ ਕਿ ਇਸ ਲੜਾਈ ਦੇ ਬਾਅਦ ਜਿਹੜਾ ਸੀ ਅੰਗਰੇਜ਼ਾਂ ਦੀ ਰਾਜਨੀਤਿਕ ਸ਼ਕਤੀ ਦੇ ਵਿੱਚ ਵਾਧਾ ਹੋਇਆ ਸੀ। ਬੰਗਾਲ ਦੇ ਵਿੱਚ ਜਿਹੜੇ ਉਹਨਾਂ ਦੇ ਪੱਕੇ ਪੈਰੀਂ ਮਤਲਬ ਕਿ ਬੰਗਾਲ ਉਹਨਾਂ ਦੇ ਕਬਜ਼ੇ ਵਿੱਚ ਆ ਗਿਆ ਸੀ ਅਤੇ ਬੰਗਾਲ ਦੇ ਵਿੱਚ ਉਹਨਾਂ ਦਾ ਪੂਰੇ ਰੂਪ ਵਿੱਚ ਸੀ ਜਿਹੜਾ ਅਧਿਕਾਰ ਹੋ ਗਿਆ ਸੀਗਾ। ਇਹਨਾਂ ਦੀ ਜਿਹੜੀ ਬੰਗਾਲ ਵਿੱਚ ਸ਼ਕਤੀ ਸੀਗੀ ਅੰਗਰੇਜ਼ਾਂ ਦੀ ਉਹ ਪੱਕੇ ਪੈਰੀਂ ਜੰਮ ਗਈ ਸੀਗੀ। ਨੈਕਸਟ ਪੁਆਇੰਟ ਹੈਗਾ ਆਪਣਾ ਅਵਧ ਦੀ ਅਧੀਨਗੀ। ਅਵਧ ਦਾ ਇਲਾਕਾ ਵੀ ਸੀ ਜਿਹੜਾ ਇਸ ਲੜਾਈ ਦੇ ਪਿੱਛੋਂ ਅੰਗਰੇਜ਼ਾਂ ਦੇ ਕੋਲ ਜਿਹੜਾ ਚਲਾ ਗਿਆ ਸੀ। ਅੰਗਰੇਜ਼ਾਂ ਨੇ ਅਵਧ ਦੇ ਉੱਤੇ ਵੀ ਸੀ ਜਿਹੜਾ ਅਧਿਕਾਰ ਕਰ ਲਿਆ ਸੀ, ਕਿਉਂਕਿ ਬਕਸਰ ਦੀ ਲੜਾਈ ਵਿੱਚ ਜਿਹੜਾ ਅਵਧ ਦਾ ਨਵਾਬ ਸੀਗਾ ਉਸ ਨੇ ਸੀ ਜਿਹੜਾ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਹਿੱਸਾ ਪਾਇਆ ਸੀ, ਮੀਰ ਕਾਸਮ ਦੀ ਹੈਲਪ ਕੀਤੀ ਸੀ। ਲੜਾਈ ਵਿੱਚ ਹਾਰ ਜਾਣ ਤੋਂ ਪਿੱਛੋਂ ਉਹਨਾਂ ਨੇ ਸੀ ਜਿਹੜਾ ਅੰਗਰੇਜ਼ਾਂ ਅੱਗੇ ਆਤਮ ਸਮਰਪਣ ਕਰਤਾ ਸੀ, ਭਾਵ ਕਿ ਆਪਣੀ ਹਾਰ ਮੰਨ ਕੇ ਆਪਣਾ ਸਾਰਾ ਕੁਝ ਅੰਗਰੇਜ਼ਾਂ ਨੂੰ ਸੰਭਾਲਤਾ ਸੀ। ਉਹਨਾਂ ਦੇ ਵਿੱਚ ਇੱਕ ਸੰਧੀ ਹੋਈ ਸੀ। ਉਸ ਸੰਧੀ ਦੇ ਅਨੁਸਾਰ ਜਿਹੜਾ ਸੀਗਾ ਅੰਗਰੇਜ਼ਾਂ ਨੂੰ ਉਹਨਾਂ ਨੇ ਜਦੋਂ ਆਪਣੀ ਹਾਰ ਮੰਨ ਲਈ, ਭਾਵੇਂ ਉਹਨਾਂ ਨੇ ਨਵਾਬ ਇਸੇ ਨੂੰ ਹੀ ਰੱਖ ਲਿਆ ਸੀ, ਪਰ ਫਿਰ ਵੀ ਜਿਹੜਾ ਸੀਗਾ ਉਸ ਦੇ ਬੱਟੇ ਇਹਨਾਂ ਨੇ ਕੜਾ ਅਤੇ ਇਲਾਹਾਬਾਦ ਦੇ ਜ਼ਿਲ੍ਹੇ ਇਹਨਾਂ ਤੋਂ ਲੈ ਲਏ ਸੀਗੇ ਅਤੇ 50 ਲੱਖ ਇਹਨਾਂ ਨੇ ਅੰਗਰੇਜ਼ਾਂ ਨੂੰ ਨਵਾਬ ਨੇ ਪੈਸਾ ਵੀ ਦਿੱਤਾ ਸੀ ਅਤੇ ਹੋਰ ਜਿਹੜੀਆਂ ਵਪਾਰਕ ਸਹੂਲਤਾਂ ਸੀ ਉਹ ਵੀ ਦਿੱਤੀਆਂ ਸੀ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਬਕਸਰ ਦੀ ਲੜਾਈ ਦੇ ਨਾਲ ਜਿਹੜਾ ਅਵਧ ਦਾ ਰਾਜ ਸੀ ਉਹ ਅੰਗਰੇਜ਼ਾਂ ਦੇ ਪ੍ਰਭਾਵ ਖੇਤਰ ਦੇ ਵਿੱਚ ਆ ਗਿਆ। ਆਪਣਾ ਨੈਕਸਟ ਪੁਆਇੰਟ ਹੈਗਾ ਮੁਗਲ ਸਮਰਾਟਾਂ ਤੋਂ ਦੀਵਾਨੀ ਦੀ ਪ੍ਰਾਪਤੀ। ਬਕਸਰ ਦੀ ਲੜਾਈ ਦੀ ਇੱਕ ਮਹੱਤਤਾ ਇਹ ਵੀ ਹੈਗੀ ਹੈ ਕਿ ਇਸ ਲੜਾਈ ਵਿੱਚ ਜਿਹੜਾ ਮੁਗਲ ਸਮਰਾਟ ਸੀਗਾ ਸ਼ਾਹ ਆਲਮ, ਅੰਗਰੇਜ਼ਾਂ ਨੇ ਉਸ ਨੂੰ ਵੀ ਹਰਾਇਆ ਸੀ, ਪਰ ਹਰਾਉਣ ਦੇ ਬਾਵਜੂਦ ਵੀ ਜਾਣ ਬੁੱਝ ਕੇ ਅੰਗਰੇਜ਼ਾਂ ਨੇ ਉਸ ਨਾਲ ਬਹੁਤ ਵਧੀਆ ਵਰਤਾਓ ਕੀਤਾ ਸੀ। ਉਸ ਨੂੰ ਸੀ ਜਿਹੜਾ ਅੰਗਰੇਜ਼ਾਂ ਨੇ
ਜਿਹੜੇ ਕੜਾ ਅਤੇ ਇਲਾਹਾਬਾਦ ਦੇ ਇਲਾਕੇ ਸੀਗੇ ਇੱਕ ਸੰਧੀ ਕਰਕੇ ਉਹ ਉਸ ਨੂੰ ਦੇ ਦਿੱਤੇ ਸੀ ਤੇ 26 ਲੱਖ ਰੁਪਏ ਹਰੇਕ ਸਾਲ ਦੇਣੇ ਸਵੀਕਾਰ ਕਰ ਲਏ ਸੀ ਅੰਗਰੇਜ਼ਾਂ ਨੇ ਮੁਗਲ ਸਮਰਾਟ ਨੂੰ। ਪਰ ਮੁਗਲ ਉਹਨਾਂ ਨੇ ਇਹ ਸਾਰਾ ਕੁਝ ਤਾਂ ਦਿੱਤਾ ਸੀ 26 ਲੱਖ ਰੁਪਏ ਹਰ ਸਾਲ ਦੇਣੇ ਅਤੇ ਕੜਾ ਅਤੇ ਇਲਾਹਾਬਾਦ ਦੇ ਜ਼ਿਲ੍ਹੇ ਦੇਣੇ। ਇਹ ਦੇਣ ਦੇ ਬਾਵਜੂਦ ਉਹਨਾਂ ਨੇ ਇਸ ਦੇ ਬਦਲੇ ਮੁਗਲ ਸਮਰਾਟ ਤੋਂ ਸੀ ਜਿਹੜਾ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦਾ ਬਹੁਮੁੱਲਾ ਅਧਿਕਾਰ ਪ੍ਰਾਪਤ ਕੀਤਾ ਸੀਗਾ ਇਸ ਦੇ ਬਦਲੇ। ਨੈਕਸਟ ਪੁਆਇੰਟ ਹੈਗਾ ਸਾਡਾ ਬੰਗਾਲ ਦੇ ਉੱਤਰ ਪੱਛਮੀ ਪ੍ਰਦੇਸ਼ਾਂ ਵਿੱਚ ਅੰਗਰੇਜ਼ਾਂ ਦਾ ਪ੍ਰਭਾਵ। ਜਿਹੜਾ ਬੰਗਾਲ ਸੀ ਉਹਦੇ ਉੱਤਰ ਪੱਛਮ ਦੇ ਪ੍ਰਦੇਸ਼ਾਂ ਵਿੱਚ ਅੰਗਰੇਜ਼ਾਂ ਦਾ ਪ੍ਰਭਾਵ। ਬਕਸਰ ਦੀ ਲੜਾਈ ਵਿੱਚ ਜਿੱਤ ਦੇ ਬਾਵਜੂਦ ਅੰਗਰੇਜ਼ਾਂ ਦੇ ਬੰਗਾਲ ਦੇ ਉੱਤਰ ਪੱਛਮ ਵਿੱਚ ਸਥਿਤ ਕਈ ਰਾਜਾਂ ਵਿੱਚ ਉਹਨਾਂ ਨੇ ਆਪਣੇ ਪ੍ਰਭਾਵ ਦਾ ਵਿਕਾਸ ਕੀਤਾ। ਇਸ ਲੜਾਈ ਨੂੰ ਜਿੱਤਣ ਤੋਂ ਬਾਅਦ ਜਿਹੜਾ ਬੰਗਾਲ ਦਾ ਉੱਤਰ ਪੱਛਮ ਵਾਲੀ ਸਾਈਡ ਸੀ ਉੱਧਰ ਨੂੰ ਅੰਗਰੇਜ਼ਾਂ ਦਾ ਸੀ ਜਿਹੜਾ ਵਿਸਤਾਰ ਹੋਣ ਲੱਗਿਆ। ਉਹਨਾਂ ਨੇ ਇਸ ਖੇਤਰ ਦੇ ਰਾਜਾਂ ਨਾਲ ਹੋਰ ਜ਼ਿਆਦਾ ਸੰਪਰਕ ਵਧਾਇਆ, ਹੋਰ ਜ਼ਿਆਦਾ ਮੇਲ ਜੋਲ ਵਧਾਇਆ ਤੇ ਹੌਲੀ ਹੌਲੀ ਉਹਨਾਂ ਨੇ ਉੱਤਰ ਪੱਛਮ ਵੱਲ ਸੀ ਜਿਹੜਾ ਉੱਤਰ ਪੱਛਮ ਦਾ ਜਿਹੜਾ ਖੇਤਰ ਸੀਗਾ ਉੱਥੇ ਆਪਣੀ ਸਰਬ ਉੱਚ ਸ਼ਕਤੀ ਵਜੋਂ ਉਹਨਾਂ ਨੇ ਜਿਹੜਾ ਆਪਣਾ ਅਧਿਕਾਰ ਕੀਤਾ। ਹੌਲੀ ਹੌਲੀ ਸੀ ਜਿਹੜਾ ਅੰਗਰੇਜ਼ਾਂ ਦਾ ਬੰਗਾਲ ਦੇ ਉੱਤਰ ਪੱਛਮ ਵਿੱਚ ਸੀ ਜਿਹੜਾ ਅਧਿਕਾਰ ਹੋ ਗਿਆ। ਸੋ ਇਸ ਦੇ ਨਾਲ ਹੀ ਰਾਜੇ ਆਪਣਾ ਇਹ ਵਾਲਾ ਜਿਹੜਾ ਲੈਸਨ ਹੈ ਇਹ ਕੰਪਲੀਟ ਹੁੰਦਾ ਹੈ।